ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਓ ਭਰਿਆ। ਇਸ ਪਾਵਨ ਸ਼ਬਦ ਵਿੱਚ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਹੇ ਭਾਈ, ਤੁਸੀਂ ਆਪਣੇ ਮਨ ਵਿੱਚ ਕਿਸ ਵਾਸਤੇ ਇਹ ਉਦਮ ਚਿਤਵਦੇ ਹੋ, ਜਦੋਂ ਕਿ ਸਭ ਨੂੰ ਰੋਜ਼ੀ ਦੇਣ ਦੇ ਉਦਮ ਵਿੱਚ ਤਾਂ ਪ੍ਰਭੂ ਆਪ ਹੀ ਪਿਆ ਹੋਇਆ ਹੈ। ਜੈਸਾ ਕਿ ਗੁਰਬਾਣੀ ਦਾ ਫਰਮਾਨ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪੇ ਰੋਜ਼ੀ ਦੇ, ਜੀਅ ਜੰਤ ਕੋ ਰਿਜਕ ਸੰਭਾਹੇ, ਕਰਨ ਕਾਰਣ ਸਮਰੱਥਾ ਪਾਹੇ। ਜੀਅ ਜੰਤ ਪ੍ਰਿਤਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰ। ਹੇ ਮੇਰੇ ਮਨ, ਕਿਸ ਕਰਕੇ ਤੂੰ ਉਦਮ ਹੀਲਾ ਕਰਦਾ ਹੈ, ਕਿਉਂਕਿ ਤੇਰੇ ਰਿਜ਼ਕ ਦਾ ਆਹਰ ਹਰੀ ਨੂੰ ਪਿਆ ਹੋਇਆ ਹੈ। ਭਾਈ ਗੁਰਦਾਸ ਜੀ ਇੱਕ ਵਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਅੱਗੇ ਮਹਾਰਾਜ ਜੀ ਦੇ ਘਰ ਆਟਾ ਛੋਲਿਆਂ ਦਾ ਮਿੱਸਾ ਸੀ। ਸੋ ਉਹੀ ਬੀਬੀ ਭਾਨੀ ਜੀ ਨੇ ਪਕਾ ਕੇ ਭਾਈ ਗੁਰਦਾਸ ਜੀ ਨੂੰ ਛਕਾਇਆ। ਉਂਝ ਤਾਂ ਭਾਈ ਸਾਹਿਬ ਜੀ ਪ੍ਰਸ਼ਾਦ ਛਕ ਗਏ, ਪਰ ਆਪਣੇ ਮਨ ਵਿੱਚ ਇੱਕ ਚੜ੍ਹਦੀ ਇੱਕ ਉਤਰਦੀ ਸੀ ਕਿ ਦੇਖੋ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੁਣੇ ਹੀ ਗੱਦੀ ਪਾਈ ਹੈ ਤੇ ਇੰਨਾ ਸਰਫਾ ਕਰ ਦਿੱਤਾ ਕਿ ਆਏ ਗਏ ਸਿੱਖਾਂ ਨੂੰ ਛੱਡ ਕੇ ਸਾਕਾਂ ਨੂੰ ਵੀ ਕਣਕ ਦੇ ਆਟੇ ਦੀ ਥਾਂ ਛੋਲਿਆਂ ਦੇ ਆਟੇ ਦੇ ਪ੍ਰਸ਼ਾਦੇ ਦਿੰਦੇ ਹਨ। ਫਿਰ ਮੈਂ ਤਾਂ ਵੱਡਾ ਹੀ ਨੇੜੇ ਦਾ ਸਾਕ ਅਰਥਾਤ ਮਾਮਾ ਸੀ। ਜਦ ਮੇਰੇ ਨਾਲ ਇਹ ਗੱਲ ਹੈ ਤਾਂ ਲੋਕਾਂ ਨੂੰ ਖਬਰੇ ਨਿੱਕੀ ਜਵਾਰ ਦੇ ਹੀ ਪ੍ਰਸ਼ਾਦੇ ਮਿਲਦੇ ਹੋਣਗੇ ਤੇ ਸੰਗਤ ਕਿਸ ਤਰ੍ਹਾਂ ਨਾਲ ਚੜ੍ਹਤ ਚੜਾਵੇਗੀ। ਵੱਡੀ ਭਾਰੀ ਮਨ ਦੇ ਵਿੱਚ ਵਿਚਾਰ ਆਈ ਤੇ ਸੋਚਣ ਲੱਗੇ ਰਹੇ। ਬਹੁਤ ਚਿਰ ਮਗਰੋਂ ਮਹਾਰਾਜ ਜੀ ਦੇ ਪਾਸ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਕੀ ਕਾਰਨ ਹੈ ਜੋ ਇੰਨਾ ਹੱਥ ਤੰਗ ਕਰ ਰਹੇ ਹੋ। ਮਹਾਰਾਜ ਜੀ ਬੋਲੇ ਕਿ ਤੁਸੀਂ ਜਾ ਕੇ ਆਪਣੀ ਬੀਬੀ ਭਾਨੀ ਜੀ ਸਾਡੀ ਮਾਈ ਪਾਸੋਂ ਪੁੱਛੋ ਬਈ ਕੀ ਕਾਰਨ ਹੈ। ਤਾਂ ਭਾਈ ਜੀ ਨੇ ਭੈਣ ਜੀ ਪਾਸੋਂ ਆ ਕੇ ਪੁੱਛਿਆ ਕਿ ਹੇ ਬੇਬੇ ਜੀ, ਤੁਸੀਂ ਦੱਸੋ ਕਿ ਇੰਨਾ ਸੰਕੋਚ ਕਿਸ ਕਰਕੇ ਹੈ। ਭਾਈ ਗੁਰਦਾਸ ਜੀ ਦੀ ਗੱਲ ਸੁਣ ਕੇ ਮਾਤਾ ਜੀ ਨੇ ਆਖਿਆ ਕਿ ਭਈਆ ਜੀ, ਸਾਰੀ ਸੰਗਤ ਨੂੰ ਪ੍ਰੀਥਿਆ ਪ੍ਰੇਰ ਕੇ ਮਸੰਦ ਭੇਜ ਕੇ ਆਪਣੇ ਵੱਲ ਖਿੱਚੀ ਜਾ ਰਿਹਾ ਹੈ ਤੇ ਪੂਜਾ ਕਰਵਾ ਰਿਹਾ ਹੈ ਤੇ ਦੇਸਾਂ ਦੇਸਾਂਤਰਾਂ ਵਿੱਚ ਆਦਮੀ ਭੇਜ ਕੇ ਆਪਣੀ ਸਿੱਖੀ ਵਧਾ ਰਿਹਾ ਹੈ ਤੇ ਇੱਧਰ ਸ਼੍ਰੀ ਗੁਰੂ ਅਰਜਨ ਦੇਵ ਜੀ ਪਰਮਾਤਮਾ ਦੇ ਭਜਨ ਵਿੱਚ ਮਸਤ ਹਨ ਤੇ ਹਮੇਸ਼ਾ ਹੀ ਆਨੰਦ ਵਿੱਚ ਰਹਿੰਦੇ ਹਨ ਤੇ ਕੋਈ ਉਦਮ ਨਹੀਂ ਕਰਦੇ। ਸੋ ਇਸੇ ਕਰਕੇ ਹੀ ਆਮਦਨ ਥੋੜੀ ਹੋ ਗਈ ਹੈ ਤੇ ਸਾਡੇ ਸੰਕੋਚ ਹੋ ਰਿਹਾ ਹੈ। ਇਸ ਗੱਲ ਨੂੰ ਸੁਣ ਕੇ ਭਾਈ ਗੁਰਦਾਸ ਜੀ ਨੇ ਸਿੱਖਾਂ ਨੂੰ ਨਾਲ ਲੈ ਕੇ ਲਹਿੰਦੇ ਪਾਸੇ ਵੱਲ ਜਾ ਕੇ ਰਾਹ ਰੋਕ ਕੇ ਜਿੱਥੋਂ ਦੀ ਲੋਕਾਂ ਨੇ ਲੰਘਣਾ ਸੀ ਇੱਕ ਚੌਂਤਰਾ ਬਣਵਾਇਆ ਤੇ ਉਸ ਤੇ ਚਾਦਰ ਵਿਛਾ ਕੇ ਚੌਰੀ ਰਖਾ ਕੇ ਆਪ ਬੈਠ ਗਏ ਤੇ ਆਈ ਸੰਗਤ ਪੋਠੋਹਾਰ, ਧਣੀ, ਘੇਬ, ਕਾਬਲ, ਕੰਧਾਰ ਨੂੰ ਪ੍ਰੇਰ ਕਰਕੇ ਮੱਥਾ ਟਿਕਾ ਕੇ ਅਰਦਾਸੇ ਲੈਣੇ ਸ਼ੁਰੂ ਕਰ ਦਿੱਤੇ। ਜਿਹੜਾ ਪੁਰਸ਼ ਨਾ ਮੰਨੇ ਉਸ ਨੂੰ ਕਹਿ ਦੇਣ ਕਿ ਗੁਰੂ ਜੀ ਦਾ ਹੁਕਮ ਹੈ, ਜੋ ਮੇਰਾ ਸਿੱਖ ਹੋਵੇਗਾ ਸੋ ਪਹਿਲਾਂ ਇੱਥੇ ਅਰਦਾਸਾ ਕਰਾ ਕੇ ਅੱਗੇ ਜਾਏਗਾ। ਜਿਹੜਾ ਨਹੀਂ ਕਰਾਵੇਗਾ ਉਹ ਸਿੱਖੀ ਦਰਸ਼ਨ ਤੋਂ ਖਾਲੀ ਰਹਿ ਜਾਏਗਾ। ਗੱਲ ਕਾਹਦੀ ਸੀ ਕਿ ਇਸ ਤਰ੍ਹਾਂ ਅਪਾਰ ਹੀ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਕੇ ਮੁੜਨ ਲੱਗੀਆਂ। ਪ੍ਰਿਥੀ ਚੰਦ ਹੋਰਾਂ ਵੱਲ ਘਟ ਜਾਵੇ ਤੇ ਮਹਾਰਾਜ ਜੀ ਦੇ ਵੱਲ ਸਾਰੀ ਸੰਗਤ ਹੀ ਆ ਜਾਵੇ। ਇਹ ਸਭ ਕੁਝ ਦੇਖ ਕੇ ਪ੍ਰਿਥੀ ਚੰਦ ਨੂੰ ਬਹੁਤ ਵੱਡੀ ਚਿੰਤਾ ਲੱਗ ਗਈ। ਉਸ ਪ੍ਰਥਾਏ ਮਹਾਰਾਜ ਜੀ ਨੇ ਸ਼ਬਦ ਦਾ ਉਚਾਰਨ ਕੀਤਾ ਕਿ ਹੇ ਕਰਤਾਰ, ਜੋ ਤੇਰਾ ਭਾਣਾ ਹੈ ਸੋ ਹੋ ਕੇ ਰਹੇਗਾ। ਜਿਤਨੇ ਜੀਵ ਜਿੱਥੇ ਹੁੰਦੇ ਹਨ ਉਹਨਾਂ ਦਾ ਰਿਜ਼ਕ ਕਰਤਾਰ ਆਪ ਪਹੁੰਚਾਉਂਦਾ ਹੈ। ਸੋ ਇਸ ਲਈ ਕੋਈ ਮਨੁੱਖ ਇਹ ਨਾ ਸਮਝੇ ਕਿ ਮੈਂ ਕਿਸੇ ਨੂੰ ਦਿੰਦਾ ਹਾਂ, ਸਗੋਂ ਇਹ ਸਮਝੇ ਕਿ ਸਭ ਦਾ ਦਾਤਾ ਅਕਾਲ ਪੁਰਖ ਹੈ ਤੇ ਜੋ ਪ੍ਰਾਰਬਧ ਹੈ
ਸੋ ਅਵਸ਼ਯ ਮਿਲਦੀ ਹੈ। ਇਸੇ ਪ੍ਰਕਾਰ ਪਿਛਲੇ ਸਮੇਂ ਵਿੱਚ ਇਹ ਕਾਇਦਾ ਸੀ ਕਿ ਜਦ ਸੰਗਤਾਂ ਗੁਰੂ ਦੇ ਹਜ਼ੂਰ ਆਉਂਦੀਆਂ ਸਨ ਤਾਂ ਜਦ ਤੱਕ ਗੁਰੂ ਜੀ ਆਗਿਆ ਨਾ ਦੇਣ ਕੋਈ ਜਾਂਦਾ ਨਹੀਂ ਸੀ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਇੱਕ ਗਰੀਬ ਸਿੱਖ ਆਇਆ। ਤਿਲ ਫੁੱਲ ਜੋ ਸਰਦਾ ਸੀ ਭੇਟਾ ਕੀਤਾ, ਪਰ 2 ਘੜੀਆਂ ਠਹਿਰ ਕੇ ਆਗਿਆ ਮੰਗੀ ਕਿ ਮਹਾਰਾਜ ਜੀ ਮੈਂ ਇਕੱਲਾ ਹਾਂ, ਪਿੱਛੇ ਜੀਆ ਜੰਤ ਖਾਣ ਵਾਲਾ ਹੈ, ਜੇ ਮੈਂ ਜਾਵਾਂਗਾ ਤਾਂ ਉਹਨਾਂ ਦੀ ਪਾਲਣਾ ਹੋਵੇਗੀ, ਨਹੀਂ ਤਾਂ ਉਹ ਦੁਖੀ ਹੋਣਗੇ। ਉਸ ਸਿੱਖ ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਅਤੇ ਕਿਹਾ, ਸਭ ਨੂੰ ਰਿਜ਼ਕ ਦੇਣ ਵਾਲਾ ਅਕਾਲ ਪੁਰਖ ਹੈ, ਆਦਮੀ ਕੁਝ ਨਹੀਂ ਕਰ ਸਕਦਾ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਇਸ ਲਈ ਤੂੰ ਕੁਝ ਦਿਨ ਇੱਥੇ ਰਹਿ। ਪਰ ਉਹ ਸਿੱਖ ਐਸਾ ਬੇਸਿਦਕਾ ਹੋਇਆ ਜੋ ਕਹੇ, ਨਹੀਂ ਜੀ, ਜੇ ਮੈਂ ਨਾ ਗਿਆ ਤਾਂ ਮੇਰਾ ਪੁੱਤਰ ਧੀ ਮਰ ਜਾਏਗਾ। ਉਹਨਾਂ ਨੂੰ ਖੱਟ ਕੇ ਲਿਆ ਦੇਣ ਵਾਲਾ ਮੇਰੇ ਬਿਨਾਂ ਕੋਈ ਨਹੀਂ। ਗੁਰੂ ਜੀ ਨੇ ਸਮਝਾਇਆ ਕਿ ਇਹ ਬੇਸਿਦਕਾ ਹੈ ਤੇ ਆਪਣੀ ਕਮਾਈ ਦਾ ਘਮੰਡ ਕਰਦਾ ਹੈ, ਸੋ ਇਸ ਲਈ ਇਸ ਦਾ ਹੰਕਾਰ ਦੂਰ ਕਰਨਾ ਚਾਹੀਦਾ ਹੈ। ਗੁਰੂ ਜੀ ਨੇ ਕਿਹਾ, ਸਾਡੀ ਇਹ ਚਿੱਠੀ ਫਲਾਣੇ ਥਾਂ ਸਰਦਾਰ ਨੂੰ ਦਿੰਦਾ ਜਾਏ। ਸਿੱਖ ਨੇ ਕਿਹਾ, ਬਹੁਤ ਅੱਛਾ ਜੀ। ਉਸਨੇ ਚਿੱਠੀ ਪੜ੍ਹੀ ਤਾਂ ਵਿੱਚ ਸਤਿਗੁਰਾਂ ਨੇ ਇਹ ਲਿਖਿਆ ਕਿ 6 ਮਹੀਨੇ ਇਸ ਸਿੱਖ ਨੂੰ ਤੁਸੀਂ ਆਪਣੇ ਪਾਸ ਰੱਖਣਾ, ਜਾਣ ਨਹੀਂ ਦੇਣਾ। ਸਰਦਾਰ ਨੇ ਉਸ ਸਿੱਖ ਦੀ ਬਹੁਤ ਖਾਤਰ ਕੀਤੀ ਅਤੇ ਇੱਕ ਹਵੇਲੀ ਵਿੱਚ ਕੈਦ ਕਰ ਦਿੱਤਾ। ਬਥੇਰਾ ਹੀ ਸਿੱਖ ਕਹਿ ਰਿਹਾ ਸੀ, ਪਰ ਸਰਦਾਰ ਨੇ ਇੱਕ ਨਾ ਮੰਨੀ। ਸਿੱਖ ਮਨ ਵਿੱਚ ਵਿਚਾਰਦਾ ਹੈ ਕਿ ਮੇਰੇ ਪੁੱਤਰ ਧੀਆਂ ਭੁੱਖੇ ਮਰ ਗਏ ਹੋਣਗੇ, ਪਰ ਕੀ ਕਰੇ, ਪੇਸ਼ ਕੁਛ ਨਹੀਂ ਜਾਂਦੀ। ਲਾਚਾਰ ਸਬਰ ਕਰ ਰਿਹਾ ਸੀ। ਜਦ 6 ਮਹੀਨੇ ਪੂਰੇ ਗੁਜ਼ਰੇ ਤਾਂ ਸਰਦਾਰ ਨੇ ਸਿੱਖ ਨੂੰ ਛੱਡ ਦਿੱਤਾ। ਇੱਧਰ ਤਾਂ ਸਿੱਖ ਕੈਦ ਰਿਹਾ, ਉਧਰ ਜਦ ਉਸਦੇ ਪਿੰਡ ਵਾਲਿਆਂ ਨੇ ਦੇਖਿਆ ਕਿ ਸਿੱਖ ਮੁੜ ਕੇ ਨਹੀਂ ਆਇਆ ਤਾਂ ਨੰਬਰਦਾਰਾਂ ਤੇ ਸਾਰੇ ਪਿੰਡ ਨੇ ਸਿੱਖ ਦੀ ਔਰਤ ਨੂੰ ਚੰਦਾ ਇਕੱਤਰ ਕਰਕੇ 100 ਰੁਪਈਆ ਦੇ ਦਿੱਤਾ, ਰੋਟੀ ਆਪਣੇ ਘਰਾਂ ਤੋਂ ਲਾ ਦਿੱਤੀ, ਪੁੱਤਰ ਨੂੰ ਇੱਕ ਹੱਟੀ ਤੇ ਸੌਂਪ ਦਿੱਤਾ। ਗੱਲ ਕੀ ਹੋਈ, ਅੱਗੇ ਨਾਲੋਂ ਬਹੁਤ ਹੀ ਚੰਗਾ ਗੁਜ਼ਾਰਾ ਹੋਣ ਲੱਗ ਪਿਆ। ਜਦ ਉਹ ਸਿੱਖ ਘਰ ਮੁੜਿਆ ਤਾਂ ਪੁੱਤਰਾਂ ਧੀਆਂ ਨੂੰ ਰੰਗ ਵਿੱਚ ਵੇਖ ਕੇ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ, ਮੈਂ ਤਾਂ ਸਮਝਿਆ ਸੀ ਕਿ ਇਹ ਮਰ ਗਏ ਹੋਣਗੇ, ਪਰ ਗੁਰੂ ਜੀ ਦਾ ਬਚਨ ਸੱਚਾ ਹੈ। ਰਿਜਕ ਸੰਭਾਹੇ ਸਭ ਸੈ, ਕਿਆ ਮਾਨਸ ਡੋਲੈ। ਸਿੱਖ ਨੂੰ ਦ੍ਰਿੜ ਨਿਸ਼ਚਾ ਹੋ ਗਿਆ ਤੇ ਫਿਰ ਟੱਬਰ ਸਮੇਤ ਗੁਰੂ ਜੀ ਦੀ ਹਜ਼ੂਰ ਹੀ ਆ ਗਿਆ। ਸੋ ਸਾਧ ਸੰਗਤ ਜੀ, ਇਸ ਸਾਖੀ ਦਾ ਤਾਤਪਰਯ ਇਹ ਹੈ ਕਿ ਗੁਰਾਂ ਦੇ ਬਚਨ ਤੇ ਪ੍ਰਤੀਤ ਕਰਨੀ ਚਾਹੀਦੀ ਹੈ ਅਤੇ ਖੱਟਦੇ ਕਮਾਉਂਦੇ ਹੋਏ ਕਦੇ ਇਸ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਅਸੀਂ ਖੱਟ ਕੇ ਦਿੰਦੇ ਹਾਂ, ਸਗੋਂ ਸਭ ਕੁਝ ਅਕਾਲ ਪੁਰਖ ਦਾ ਸਮਝ ਕੇ ਹਰ ਕਾਰਜ ਵਿੱਚ ਅੰਦਰੋਂ ਬਾਹਰੋਂ ਆਨੰਦਿਤ ਰਹਿਣਾ ਚਾਹੀਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।